ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਹਰ ਜੇਠ ਜੜਨ ਦਾ ਲੋੜੀਐ ਜਿਸ ਅੱਗੇ ਸਭ ਨਵਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ ਜੋ ਹਰ ਲੋੜੈ ਸੋ ਕਰੈ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਐ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਵਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤਿੰਨਾਂ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਸਤ ਸੰਗੀ ਜਨੋ, ਆਪ ਬਹੁਤ ਵੱਡਿਆਂ ਭਾਗਾਂ ਵਾਲੇ ਜੀ ਜੋ ਨਿਰੰਤਰ ਪਾਤਸ਼ਾਹ ਦੀ ਅੰਮ੍ਰਿਤਮਈ ਹਜ਼ੂਰੀ ਅੰਦਰ ਪਹੁੰਚ ਕਰਕੇ ਉਸ ਨਿਰੰਕਾਰ ਦੇ ਵੱਲੋਂ ਵੇਲੇ ਹੋਏ ਸਵਾਸਾਂ ਨੂੰ ਆਪ ਸਫਲਾ ਕਰਨ ਦਾ ਸਫਲ ਯਤਨ ਕਰ ਰਹੇ ਜੀ। ਇਹ ਜੋ ਆਪ ਜੀ ਨੇ ਅੰਮ੍ਰਿਤਮਈ ਬਚਨ ਪਾਠ ਦੇ ਰੂਪ ਵਿੱਚ ਸਰਵਣ ਕੀਤੇ ਹਨ, ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਏ ਹਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 134 ਦੇ ਉੱਪਰ ਮਾਝ ਰਾਗ ਵਿੱਚ ਅੰਮ੍ਰਿਤਮਈ ਬਚਨ ਸੁਭਾਇਮਾਨ ਹਨ। ਅੱਜ ਦੇ ਇਹਨਾਂ ਅੰਮ੍ਰਿਤਮਈ ਬਚਨਾਂ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਇਹ 12 ਮਾਹ ਦੀ ਬਾਣੀ ਹੈ, ਇਹਨਾਂ 12 ਮਹੀਨਿਆਂ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਸੰਦੇਸ਼ ਦੇਣਾ ਕਰਦੇ ਹਨ। ਔਰ ਗੁਰਮੁਖੋ, ਆਪ ਰੋਜ਼ਾਨਾ ਦੀਆਂ ਵਿਚਾਰਾਂ ਸਰਵਣ ਕਰਨ ਵਾਲੇ ਜੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 2 12 ਜਿਹੜੇ ਆ, ਪਹਿਲਾ ਮਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੁਖਾਰੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਔਰ ਇਹ ਦੂਸਰਾ 12 ਮਾਹ ਦੀ ਜੋ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ, ਜਿਸ ਦੇ ਆਪਾਂ ਅੰਮ੍ਰਿਤਮਈ ਬਚਨ ਜਿਹੜਾ ਉਹ ਸਰਵਣ ਕੀਤੇ ਹਨ। 2 12 ਮਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਔਰ ਤੀਸਰਾ 12 ਮਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਪਾਤਸ਼ਾਹ
ਤਿੰਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਉਹ ਸਾਨੂੰ ਦਸਮ ਗ੍ਰੰਥ ਅੰਦਰ ਜਿਹੜਾ ਹੈ ਗੁਰਮੁਖੋਂ ਮਿਲਦਾ ਹੈ। ਅੱਜ ਦੇ ਆਪਾਂ ਇਸ ਪਾਵਨ ਦਿਹਾੜੇ 'ਤੇ ਜੋ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ 12ਵਾਂ ਦੀ ਬਾਣੀ ਉਚਾਰਨ ਕੀਤੀ ਹੈ, ਇਸ ਬਾਰੇ ਆਪਾਂ ਜਿਹੜੀਆਂ ਕੁਝ ਕੁ ਸਮਾਂ ਵਿਚਾਰਾਂ ਕਰਨੀਆਂ ਹਨ ਗੁਰਮੁਖੋ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਅੰਮ੍ਰਿਤਮਈ ਬਚਨਾਂ ਅੰਦਰ ਸਮਝਾਉਣਾ ਕਰਦੇ ਨੇ, ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਵੰਨ। ਗੁਰਮੁਖੋ ਜਿਹੜਾ 12ਵਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਹੈ, ਇਸ ਬਾਣੀ ਦੇ 14 ਸ਼ਬਦ ਨੇ ਅਤੇ 12 ਮਹੀਨੇ ਆ। ਮਹੀਨੇ 12 ਹੁੰਦੇ ਨੇ, ਪਰ ਇਸ ਬਾਣੀ ਦੇ 14 ਸ਼ਬਦ ਨੇ। ਪਹਿਲਾ ਸ਼ਬਦ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਇਹ ਪਹਿਲਾ ਸ਼ਬਦ ਹੈ। ਔਰ ਦੂਸਰਾ ਸ਼ਬਦ ਸ਼ੁਰੂ ਹੁੰਦਾ ਹੈ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਨਾ। ਔਰ ਤੀਸਰਾ ਸ਼ਬਦ ਹੈ ਵਿਸਾਖ ਧੀਰਨ ਕਿਉ ਵਾਢੀਆਂ ਜਿਨ੍ਹਾਂ ਪ੍ਰੇਮ ਵਿਛੋਹ। ਔਰ ਇਹ ਚੌਥਾ ਸ਼ਬਦ ਹੈ ਹਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਭ ਨਵੰਨ। ਮਹੀਨਾ ਤੀਜਾ ਹੈ। ਸ਼ਬਦਾਂ ਦੀ ਗਿਣਤੀ ਜਿਹੜਾ ਹੈ ਚੌਥਾ ਸ਼ਬਦ ਬਣਦਾ ਹੈ, ਪਰ ਮਹੀਨਾ ਇਹ ਜਿਹੜਾ ਹੈ ਇਹ ਤੀਜਾ ਹੈ। ਗੁਰਬਾਣੀ ਦੇ ਮੁਤਾਬਕ ਜਿਹੜਾ ਆਪਾਂ ਜਨਵਰੀ ਤੋਂ ਚੱਲਦੇ ਜੋ ਈਸਵੀ ਸਨ ਹੈ ਉਹ ਆਪਾਂ ਜਨਵਰੀ ਤੋਂ ਸ਼ੁਰੂ ਕਰਦੇ ਹਾਂ, ਪਰ ਜਿਹੜਾ ਇਹ ਦੇਸੀ ਜਿਹੜਾ ਸਨ ਹੈ, ਜਿਹੜਾ ਸੰਮਤ ਹੈ, ਗੁਰਬਾਣੀ ਦੇ ਮੁਤਾਬਕ ਜਿਹੜਾ ਨਵਾਂ ਸਾਲ ਉਹ ਚੇਤ ਦੇ ਮਹੀਨੇ ਤੋਂ ਸ਼ੁਰੂ ਹੁੰਦਾ ਹੈ। ਪਹਿਲਾ ਮਹੀਨਾ ਚੇਤ ਦਾ ਹੈ, ਦੂਸਰਾ ਵਿਸਾਖ ਦਾ ਹੈ, ਔਰ ਤੀਸਰਾ ਮਹੀਨਾ ਗੁਰਮੁਖੋ ਜਿਹੜਾ ਹੈ ਇਹ ਜੇਠ ਦਾ ਹੈ। ਅਤੇ ਦੋਨਾਂ ਮਹੀਨਿਆਂ ਦੇ ਵਿੱਚ ਪਹਿਲਾਂ ਗੱਲ ਪਾਤਸ਼ਾਹ ਕਰਦੇ ਨੇ ਵਿਸਾਖ ਧੀਰਨ ਕਿਉ ਵਾਢੀਆ, ਭਾਵ ਇੱਕ ਟੁੱਟਣਾ ਔਰ ਜੁੜਨਾ। ਉਹਨਾਂ ਦੋਨਾਂ ਮਹੀਨਿਆਂ ਦੇ ਵਿੱਚ ਜ਼ਿਕਰ ਆਇਆ ਵੀ ਟੁੱਟਣਾ, ਜਿਹੜਾ ਟੁੱਟਦਾ ਹੈ ਔਰ ਉਹ ਜੁੜਦਾ ਹੈ। ਵਾਢੀਆਂ ਦਾ ਭਾਵ ਇਹ ਪ੍ਰੇਮ ਹੁੰਦਾ, ਭਾਵ ਹੁੰਦਾ ਹੈ ਕਿ ਟੁੱਟਣਾ, ਵੱਢਣਾ ਔਰ ਜੁੜਨਾ, ਔਰ ਟੁੱਟਣਾ ਔਰ ਜੁੜਨਾ। ਇਸ ਕਰਕੇ ਅੱਜ ਦੇ ਮਹੀਨੇ ਅੰਦਰ ਪਾਤਸ਼ਾਹ ਕਿਰਪਾ ਕਰਦੇ ਨੇ ਹਰ ਜੇਠ ਜੁੜੰਦਾ ਲੋੜੀਐ। ਇਹ ਜੋ ਜੇਠ ਦਾ ਮਹੀਨਾ ਹੈ ਗੁਰਮੁਖ, ਇਹ ਜਿਹੜਾ ਮਹੀਨਾ ਹੈ ਅੱਤ ਜਿਹੜਾ ਹੈ ਤਪਸ਼ ਵਾਲਾ ਹੈ। ਮੈਂ ਪਹਿਲਾਂ ਬੇਨਤੀ ਕਰਾਂ, ਜਿਵੇਂ ਆਪਾਂ ਨੂੰ ਗੁਰਬਾਣੀ ਦੇ ਅੰਦਰ ਹੋਰ ਵੀ ਅੰਮ੍ਰਿਤਮਈ ਬਚਨ ਮਿਲਦੇ ਨੇ ਪਾਤਸ਼ਾਹ ਦੇ, ਇਹ ਜਿਹੜੇ 2 ਮਹੀਨੇ ਆ 12 ਮਹੀਨਿਆਂ ਨੂੰ 6 ਰੁੱਤਾਂ ਵਿੱਚ ਜਿਹੜਾ ਡਿਵਾਈਡ ਕੀਤਾ ਹੈ। 2-2 ਮਹੀਨਿਆਂ ਦੀ ਇੱਕ ਰੁੱਤ ਹੈ, ਜਿਵੇਂ ਚੇਤ ਔਰ ਵਿਸਾਖ ਦੀ, ਔਰ ਜਿਹੜੀ ਦੂਸਰੀ ਰੁੱਤ ਹੈ ਉਹ ਹੈ ਇਹਨੂੰ ਗੁਰਬਾਣੀ ਅੰਦਰ ਜਿਹੜਾ ਗ੍ਰੀਖਮ, ਇਸ ਰੁੱਤ ਦਾ ਨਾਮ ਹੈ ਗ੍ਰੀਖਮ, ਜਿਹੜਾ ਜੇਠ ਔਰ ਹਾੜ। ਔਰ ਇਸ ਨੂੰ ਗੁਰਬਾਣੀ ਅੰਦਰ ਵੀ ਜਿਹੜਾ ਪਾਤਸ਼ਾਹ ਨੇ ਗ੍ਰੀਖਮ ਰੁੱਤ ਅਤ ਗਾਖੜੀ ਜੇਠ ਅਖਾੜੇ ਘਾਮ ਜੀਓ, ਭਾਵ ਜੇਠ ਅਤੇ ਹਾੜ ਦੇ ਵਿੱਚ ਜਿਹੜਾ ਅੱਤ ਦੀ ਇਹ ਤਪਸ਼ ਵਾਲਾ ਦੋਨੇ ਜਿਹੜਾ ਮਹੀਨੇ ਅੱਤ ਦੀ ਤਪਸ਼ ਵਾਲੇ, ਅੱਤ ਦੀ ਗਰਮੀ ਵਾਲੇ ਗੁਰਮੁਖ ਹੁੰਦੇ ਨੇ। ਇੱਕ ਹੈ ਬਾਹਰੀ ਤਪਸ਼, ਇੱਕ ਹੈ ਜਿਹੜਾ ਮਨ ਦੀ ਤਪਸ਼। ਔਰ ਜਿਹੜੀ ਬਾਹਰੀ ਤਪਸ਼ ਹੈ, ਜਿਹੜਾ ਬਾਹਰੀ ਰੂਪ 'ਤੇ ਜਿਹੜਾ ਬਾਹਰਮੁਖੀ ਗਰਮੀ ਹੈ, ਉਹ ਤਾਂ ਗੁਰਮੁਖੋ ਆਪਾਂ ਕਈ ਸਾਧਨੇ। ਪੁਰਾਣੇ ਸਮਿਆਂ ਦੇ ਵਿੱਚ ਜਿਹੜਾ ਉਹ ਪੱਖੇ ਹੁੰਦੇ ਸਨ ਹੱਥ ਦੇ ਨਾਲ ਝੱਲਣ ਵਾਲੇ, ਉਹਦੇ ਤੋਂ ਬਾਅਦ ਸਮਾਂ ਬਦਲਦਾ ਗਿਆ ਔਰ ਫਿਰ ਜਿਹੜਾ ਇਹ ਲਾਈਟ ਵਾਲੇ ਆ ਗਏ। ਉਹਦੇ ਤੋਂ ਬਾਅਦ ਸਮਾਂ ਚੇਂਜ ਹੋਇਆ, ਫਿਰ ਏਸੀ ਆ ਗਏ। ਔਰ ਪਾਤਸ਼ਾਹ ਕਿਰਪਾ ਕਰਦੇ ਨੇ ਜਿਹੜਾ ਬਾਹਰਮੁਖੀ ਤਪਸ਼ ਹੈ ਉਹ ਤਾਂ ਸਾਡੇ ਕੋਲ ਬਹੁਤ ਸਾਧਨ ਹੈ, ਪੱਖੇ ਨੇ, ਏਸੀ ਨੇ, ਹੋਰ ਬਹੁਤ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਨਾਲ ਅਸੀਂ ਬਾਹਰੀ ਜਿਹੜਾ ਸਰੀਰ ਦੀ ਤਪਸ਼ ਆ ਔਰ ਉਹਨੂੰ ਖਤਮ ਕਰ ਲਾਂਗੇ। ਪਰ ਜਿਹੜੀ ਅੰਦਰੂਨੀ ਮਨ ਦੀ ਤਪਸ਼ ਹੈ ਉਹ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਉਹ ਬਾਹਰੀ ਜਿਹੜਾ ਏਸੀ ਉਹਨਾਂ ਨੇ ਨਹੀਂ ਖਤਮ ਕਰਨੀ।
ਉਹ ਬਾਹਰੀ ਰੂਪ 'ਤੇ ਜਿਹੜਾ ਪੱਖੇ ਉਹਨਾਂ ਨੇ ਨਹੀਂ ਖਤਮ ਕਰਨੀ, ਅੰਦਰ ਦੀ ਜਿਹੜਾ ਗੁਰਮੁਖੋ ਤਪਸ਼ਾ ਹੈ ਉਹ ਖਤਮ ਕਰਨੀ ਹੈ ਬਾਣੀ ਨੇ, ਉਹ ਖਤਮ ਕਰਨੀ ਹੈ ਨਾਮ ਨੇ, ਉਹ ਕਰਨੀ ਹੈ ਸਿਮਰਨ ਨੇ। ਸੋ ਇਸ ਬਾਰੇ ਅੱਜ ਪਾਤਸ਼ਾਹ ਕਿਰਪਾ ਕਰਦੇ ਨੇ। ਹਰ ਜੇਠ ਜੜੰਦਾ ਲੋੜੀਐ ਜਿਸ ਅੱਗੇ ਸਭ ਨਵੰਨ। ਔਰ ਸਾਡੇ ਸੱਭਿਆਚਾਰ ਅੰਦਰ ਔਰ ਸਾਡੀ ਸੰਸਕ੍ਰਿਤੀ ਅੰਦਰ ਇੱਕ ਇਹ ਵੀ ਮਿੱਥ ਆ, ਆਪਾਂ ਪੁਰਾਣੇ ਸਮਿਆਂ ਦੇ ਵਿੱਚ ਚਲੇ ਜਾਈਏ, ਅੱਜ ਵੀ ਜੇਠ ਦਾ ਭਾਵ ਹੁੰਦਾ ਹੈ ਵੱਡਾ, ਜੇਠ ਦਾ ਭਾਵ ਹੁੰਦਾ ਹੈ ਵੱਡਾ। ਅਤੇ ਅੱਜ ਤੋਂ ਪਹਿਲੇ ਸਮਿਆਂ ਦੇ ਵਿੱਚ ਜਿਹੜਾ ਗੁਰਮੁਖੋ ਦੇਸੀ ਡਾਇਰੀਆਂ ਹੁੰਦੀਆਂ ਸਨ, ਉਹਨਾਂ ਦੇ ਵਿੱਚ ਜਿਹੜਾ 12 ਮਹੀਨਿਆਂ ਦੇ ਵਿੱਚੋਂ ਸਾਰਿਆਂ ਨੂੰ ਜਿਹੜਾ ਵੱਡਾ ਮਹੀਨਾ ਹੈ ਉਹ ਹੈ ਜੇਠ ਦਾ ਮਹੀਨਾ। ਜਿਵੇਂ ਆਪਾਂ ਅੰਗਰੇਜ਼ੀ ਮਹੀਨੇ ਨੇ ਜਿਹੜਾ ਫਰਵਰੀ ਉਹ 28ਵਾਂ ਮਹੀਨਾ ਹੈ, ਕੋਈ 30 ਦਾ ਆ ਜਾਂਦਾ ਹੈ, ਔਰ ਜਿਵੇਂ ਕੋਈ 31ਵਾਂ ਮਹੀਨਾ ਹੈ, ਜਿਵੇਂ ਇਹ ਜਦੋਂ ਮਹੀਨਾ ਚੱਲ ਰਿਹਾ ਹੈ 31 ਮਈ 31ਆ। ਔਰ ਇਸ ਕਰਕੇ ਦੇਸੀ ਮਹੀਨਿਆਂ ਦੇ ਵਿੱਚ ਜਿਹੜਾ ਡਾਇਰੀਆਂ ਦੇ ਵਿੱਚ ਇਹ ਜ਼ਿਕਰ ਆਉਂਦਾ ਰਿਹਾ ਵੀ ਜਿਹੜਾ ਜੇਠ ਦਾ ਮਹੀਨਾ ਹੈ ਉਹਦੇ ਵਿੱਚ ਕਈ ਵਾਰੀ ਜਿਹੜਾ 32 ਦਿਨ ਵੀ ਆ ਜਾਂਦੇ ਸਨ। ਇਸ ਕਰਕੇ ਇੱਕ ਦਾ ਇਹ ਵੀ ਇਹਦਾ ਭਾਵ ਹੈ ਵੀ ਸਾਰਿਆਂ 12 ਮਹੀਨਿਆਂ ਦੇ ਨਾਲੋਂ ਜਿਹੜਾ ਜੇਠ ਦਾ ਮਹੀਨਾ ਹੈ ਉਹ ਸਾਰਿਆਂ ਮਹੀਨਿਆਂ ਦੇ ਨਾਲੋਂ ਵੱਡਾ ਹੈ। ਔਰ ਦੂਸਰਾ ਪਾਤਸ਼ਾਹ ਬਚਨ ਕਰਦੇ ਨੇ ਵੀ ਹਰ ਜੇਠ ਜੜੰਦਾ ਲੋੜੀਏ। ਬਾਣੀ ਅੰਦਰ ਜਿਹੜਾ ਜੇਠ ਦਾ ਭਾਵ ਕੀ ਆ, ਪਹਿਲਾਂ ਆਪਾਂ ਦੁਨਿਆਵੀ ਰੂਪ 'ਤੇ ਸਮਝਦੇ ਹਾਂ, ਫਿਰ ਬਾਣੀ ਦੇ ਮੁਤਾਬਕ ਸਮਝਾਂਗੇ। ਦੁਨੀਆ ਦੇ ਵਿੱਚ ਜੋ ਵੀ ਕਿਸੇ ਦੇ ਘਰ ਕੋਈ ਸੰਤਾਨ ਪੈਦਾ ਹੋਵੇ ਨਾ, ਪਹਿਲੀ ਸੰਤਾਨ ਭਾਵ ਪਹਿਲਾ ਕੁਝ ਨਹੀਂ, ਜੋ ਪਹਿਲਾ ਬੱਚਾ ਹੋਇਆ ਹੈ ਭਾਵੇਂ ਉਹ ਲੜਕੀ ਹੈ ਜਾਂ ਉਹ ਲੜਕਾ ਹੈ, ਉਸ ਨੂੰ ਕਿਹਾ ਜਾਂਦਾ ਹੈ ਵੀ ਇਹ ਜੇਠਾ ਹੈ, ਇਹ ਜੇਠੀ ਹੈ। ਸਭ ਤੋਂ ਪਹਿਲੀ ਸੰਤਾਨ ਦਾ ਨਾਮ ਗੁਰਮੁਖੋ ਆਪਾਂ ਲੈਂਦੇ ਹਾਂ, ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਵੀ ਇਹ ਜੇਠਾ ਹੈ, ਇਹ ਜੇਠੀ ਹੈ। ਜਿਵੇਂ ਆਪਾਂ ਇਤਿਹਾਸ ਵਿੱਚੋਂ ਵੀ ਸਮਝਣਾ ਹੋਵੇ ਕਿ ਜਦੋਂ ਬਾਬਾ ਜੇਠਾ ਦਾ ਜਨਮ ਹੋਇਆ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਲਾਹੌਰ ਦੀ ਧਰਤੀ 'ਤੇ ਵੀ ਆਪਣੇ ਮਾਤਾ ਪਿਤਾ ਦੀ ਪਹਿਲੀ ਸੰਤਾਨ ਸੀ। ਔਰ ਇਸ ਕਰਕੇ ਇਹਨਾਂ ਦਾ ਨਾਮ ਵੀ ਜਿਹੜਾ ਪਹਿਲਾਂ ਆਪਾਂ ਨੂੰ ਇਤਿਹਾਸ ਵਿੱਚ ਮਿਲਦਾ ਹੈ ਕਿ ਬਾਬਾ ਜੇਠਾ ਜੀ ਬਾਅਦ ਵਿੱਚ ਗੁਰੂ ਰਾਮਦਾਸ ਬਣੇ ਨੇ। ਭਾਵ ਜੋ ਪਹਿਲੀ ਸੰਤਾਨ ਹੈ, ਸਭ ਤੋਂ ਜੋ ਪਹਿਲਾ ਹੈ ਉਹ ਹੈ ਜੇਠਾ, ਉਹਨੂੰ ਕਿਹਾ ਜਾਂਦਾ ਹੈ ਜੇਠਾ ਜਾਂ ਜੇਠੀ। ਔਰ ਇਸੇ ਤਰ੍ਹਾਂ ਇਹ ਦੁਨੀਆ ਦੇ ਵਿੱਚ ਜਿਹੜਾ ਨਾਮ ਪ੍ਰਚਲਿਤ ਹੋ ਜਾਂਦੇ ਨੇ ਸਮੇਂ ਦੇ ਮੁਤਾਬਕ, ਸੱਭਿਆਚਾਰ ਦੇ ਮੁਤਾਬਕ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਤਿਕਾਰਯੋਗ ਭੈਣ ਜੀ, ਆਪਾਂ ਉਹਨਾਂ ਦਾ ਨਾਮ ਬੇਬੇ ਨਾਨਕੀ ਦੇ ਨਾਮ ਜਾਣਦੇ ਹਾਂ। ਬੇਬੇ ਨਾਨਕੀ ਦਾ ਜਨਮ ਜਿਹੜਾ ਉਹ ਨਾਨਕਿਆਂ ਦੇ ਹੋਇਆ ਔਰ ਉਸ ਦਾ ਨਾਮ ਜਿਹੜਾ ਰੱਖਿਆ ਨਾਨਕੀ। ਅਤੇ ਫਿਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਇਸੇ ਤਰ੍ਹਾਂ ਨਾਨਕੀ ਦੇ ਨਾਮ ਹੀ ਜਿਹੜਾ ਨਾਲ ਮਿਲਦਾ ਜੁਲਦਾ ਨਾਮ ਰੱਖ ਦਿੱਤਾ ਵੀ ਨਾਨਕ, ਜੋ ਆਪਾਂ ਸਤਿਕਾਰ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਨਾਮ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਪਾਂ ਲੈਂਦੇ ਹਾਂ। ਇਸ ਕਰਕੇ ਇਹ ਨਾਮ ਜਿਹੜਾ ਉਹ ਰੱਖੇ ਜਾਂਦੇ ਨੇ। ਅਤੇ ਹਰ ਜੇਠ ਜੜੰਦਾ ਲੋੜੀਏ ਜਿਸ ਅੱਗੇ ਸਭ ਨਵੰਨ। ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਕਿਰਪਾ ਕਰਦੇ ਨੇ। ਜੇਠ ਦਾ ਭਾਵ ਹੈ ਸਾਰਿਆਂ ਨਾਲੋਂ ਵੱਡਾ, ਜਿਹਦੇ ਤੋਂ ਪਹਿਲਾਂ ਹੋਰ ਕੋਈ ਨਹੀਂ। ਜਿਵੇਂ ਔਲਾਦ ਪਹਿਲਾਂ ਕੋਈ ਨਹੀਂ, ਜਿਹੜੀ ਪਹਿਲੀ ਸੰਤਾਨ ਆਈ ਭਾਵੇਂ ਉਹ ਲੜਕਾ ਹੋਇਆ ਜਾਂ ਲੜਕੀ ਹੋਵੇ, ਦਾ ਨਾਮ ਰੱਖਿਆ ਗਿਆ ਇਹ ਜੇਠੀ ਆ, ਇਹ ਜੇਠਾ ਆ। ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਜਦੋਂ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸੀ ਉਦੋਂ ਉਹ ਨਿਰੰਕਾਰ ਪਰਮੇਸ਼ਰ ਸੀ। ਹਰ ਜੇਠ ਜੜੰਦਾ ਲੋੜੀਏ। ਜੇਠ ਭਾਵ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹਰ ਜੇਠ ਜੜੰਦਾ ਲੋੜੀਏ। ਜੇਠ ਵੱਡਾ, ਵੱਡੇ ਦੇ ਗੁਰਮੁਖੋ ਬਾਣੀ ਅੰਦਰ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਪ੍ਰਮਾਣ ਮਿਲਦੇ ਨੇ। ਕੁਝ ਪ੍ਰਮਾਣ ਆਪਾਂ ਗੁਰਬਾਣੀ ਦੇ ਵਿੱਚੋਂ ਲੈ ਕੇ ਫਿਰ ਆਪਾਂ ਅੱਗੇ ਸੰਖੇਪ ਦੇ ਵਿੱਚ ਵਿਚਾਰਾਂ ਸਾਂਝੀਆਂ ਕਰਾਂਗੇ। ਗੁਰਬਾਣੀ ਵਿੱਚ ਆਪਾਂ ਨੂੰ ਮਿਲਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ,
ਉਹ ਪਾਏ ਕਿਤੇ ਨਾ ਪਾਈਏ ਹਰ ਕਰਮ ਵਿਧਾਤਾ। ਗੁਰ ਸ਼ਬਦੀ ਹਰ ਮਨ ਵਸੈ ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ। ਵੱਡੀ ਵਡਿਆਈ ਵੱਡੇ ਕੀ ਹਰ ਜੇਠ ਜੜੰਦਾ ਲੋੜੀਏ। ਤੇ ਗੁਰਬਾਣੀ ਵਿੱਚ ਸਾਨੂੰ ਕਿਰਪਾ ਕਰਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ। ਉਹ ਜਿਹੜਾ ਨਿਰੰਕਾਰ ਹੈ, ਅਕਾਲ ਪੁਰਖ ਹੈ, ਉਹ ਕਿੱਡਾ ਕੁ ਵੱਡਾ ਹੈ। ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦ ਨਿਰੰਜਨ ਨਿਰੰਕਾਰ ਜੀਓ। ਸਾਨੂੰ ਗੁਰਬਾਣੀ ਵਿੱਚ ਸਾਰੇ ਬਚਨ ਮਿਲਦੇ ਨੇ। ਆਪਣੀਆਂ ਵਿਚਾਰਾਂ ਵੀ ਅੱਜ ਹਰ ਜੇਠ ਜੜੰਦਾ ਲੋੜੀਏ ਜੇ ਸੱਗੇ ਸਭ ਨਵਨ। ਸਾਰਿਆਂ ਨਾਲੋਂ ਵੱਡਾ ਕੌਣ ਹੈ? ਨਿਰੰਕਾਰ ਪਰਮੇਸ਼ਰ ਅਕਾਲ ਪੁਰਖ। ਗੁਰਬਾਣੀ ਵਿੱਚ ਬੇਅੰਤ ਜਿਹੜਾ ਬਚਨ ਆ ਉਹ ਵੱਡੇ ਦੇ ਪ੍ਰਥਾ ਆਪਾਂ ਪੜ੍ਹਦੇ ਆ ਨਾ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜੇ ਵਡਿਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਪਾਤਸ਼ਾਹ ਕਿਰਪਾ ਕਰਦੇ ਨੇ ਉਹ ਵਾਹਿਗੁਰੂ ਕਿੱਡਾ ਕੁ ਪਰਮੇਸ਼ਰ ਅਕਾਲ ਪੁਰਖ ਵੱਡਾ ਹੈ। ਵੱਡਾ ਦਾਤਾ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਦਾਤਾ ਦੇਣ ਦੇ ਸਮਰੱਥ ਹੈ। ਉਹ ਸਾਨੂੰ ਦਾਤਾ ਜਿਹੜਾ ਦੇ ਰਿਹਾ ਹੈ। ਵੱਡਾ ਦਾਤਾ ਕਿੱਡਾ ਕੁ ਵੱਡਾ ਹੈ। ਤਿਲ ਨਾ ਤਮਾਏ। ਗੁਰਮੁਖੋ ਜਿੰਨੀਆਂ ਵੀ ਇਹ ਸ੍ਰਿਸ਼ਟੀ ਦੇ ਉੱਤੇ ਜਿਹੜੀਆਂ ਵੀ ਜੂਨਾਂ ਨੇ, ਇੰਝ ਕਹਿ ਲਓ ਵੀ ਕੀੜੀ ਤੋਂ ਲੈ ਕੇ ਹਾਥੀ ਤੱਕ ਜਿੰਨੀਆਂ ਵੀ ਸਾਰੀਆਂ ਜੂਨਾਂ ਨੇ ਉਹਨਾਂ ਸਾਰੀਆਂ ਦੇ ਵਿੱਚ ਤਮਾ ਹੈ। ਵੇਖ ਲਓ ਤਮਾ, ਤਮੇ ਦੇ ਆਪਾਂ ਜੇ ਅਰਥ ਕਰਾਂਗੇ ਇਹ ਲਾਲਚ ਵੀ ਹੋ ਸਕਦਾ ਹੈ। ਤਮਾ ਲਾਲਚ, ਤਮਾ ਮੋਹ, ਤਮਾ ਲੋਭ। ਕਿ ਹਰ ਇੱਕ ਜਿਹੜਾ ਆ ਭਾਵੇਂ ਕੋਈ ਮਨੁੱਖ ਹੈ, ਭਾਵੇਂ ਕੋਈ ਇਸਤਰੀ ਹੈ, ਭਾਵੇਂ ਕੋਈ ਮਰਦ ਹੈ, ਭਾਵੇਂ ਕੋਈ ਜਾਨਵਰ ਹੈ, ਭਾਵੇਂ ਕੋਈ ਪੰਛੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਜਿਹੜਾ ਉਹ ਨਿਰੰਕਾਰ ਨੇ ਸਾਰਿਆਂ ਦੇ ਵਿੱਚ ਪਾਇਆ ਹੈ ਤਮਾ। ਇਹਨਾਂ ਸਾਰਿਆਂ ਵਿੱਚ ਤਮਾ ਹੈ, ਲੋਭ ਹੈ, ਲਾਲਚ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਜੇ ਕਿਸੇ ਵਿੱਚ ਤਮਾ ਨਹੀਂ, ਜੇ ਕਿਸੇ ਵਿੱਚ ਲੋਭ ਨਹੀਂ, ਜੇ ਕਿਸੇ ਵਿੱਚ ਲਾਲਚ ਨਹੀਂ ਔਰ ਜੇ ਕਿਸੇ ਵਿੱਚ ਕੋਈ ਹੰਕਾਰ ਨਹੀਂ, ਤਾਂ ਉਹ ਕੌਣ ਹੈ? ਉਹ ਸਿਰਫ ਕੇਵਲ ਇੱਕ ਹੀ ਹੈ ਜਿਹਦੇ ਪ੍ਰਥਾਏ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ। ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਵੱਡਾ ਦਾਤਾ ਤਿਲ ਨਾ ਤਮਾਏ। ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਐਡਾ ਵੱਡਾ ਹੈ ਜਿਹਨੇ ਸਭ ਕੁਝ ਸਾਜਿਆ ਹੈ ਔਰ ਜਿਹਨੇ ਸਭ ਕੁਝ ਬਣਾ ਦਿੱਤਾ ਹੈ। ਪਰ ਸਭ ਕੁਝ ਸਾਜਣ ਦੇ ਬਾਵਜੂਦ ਔਰ ਬਣਾਉਣ ਦੇ ਬਾਵਜੂਦ ਵੀ ਉਸ ਨਿਰੰਕਾਰ ਨੂੰ ਇੱਕ ਤਿਲ ਮਾਤਰ ਵੀ ਜਿਹੜਾ ਹੈ ਉਹ ਤਮਾ ਨਹੀਂ। ਪੜ੍ਹੋ ਮੇਰੇ ਸੱਚੇ ਪਾਤਸ਼ਾਹ ਦੇ ਹੋਰ ਬਚਨ। ਆਪਾਂ ਰੋਜ਼ਾਨਾ ਪੜ੍ਹਦੇ ਰਹਿ ਰਾਸ ਸਾਹਿਬ ਦੇ ਅੰਦਰ ਬਚਨ। ਆਸਾ ਮਹੱਲਾ ਪਹਿਲਾ। ਸੁਨ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ। ਕੋਈ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਪਾਤਸ਼ਾਹ ਤੂੰ ਕਿੰਨਾ ਕੁ ਬੇਅੰਤ ਆ, ਤੇਰਾ ਕਿੰਨਾ ਕੁ ਵਿਸਥਾਰ ਹੈ, ਤੂੰ ਕਿੰਨਾ ਕੁ ਅਗਮ ਅਗੋਚਰ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਭਾਵੇਂ ਦੁਨੀਆ ਦੇ ਜਿਹੜਾ ਸਾਰੀ ਦੁਨੀਆ ਦੇ ਜੋ ਵੀ ਮਨੁੱਖ ਨੇ ਔਰ ਜਿੰਨੇ ਵੀ ਪਸ਼ੂ ਪੰਛੀ ਆ ਉਹ ਆਪਣੀ ਇਸ ਰਸਨਾ ਦੇ ਨਾਲ ਇਸ ਜ਼ਬਾਨ ਦੇ ਨਾਲ ਤੇਰੀ ਵਡਿਆਈ ਕਰਨ ਲੱਗ ਪੈਣ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ ਇੱਕ ਤਿਲ ਮਾਤਰ ਵੀ ਤੇਰੀ ਜਿਹੜਾ ਵਡਿਆਈ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ, ਇੱਕ ਤਿਲ ਮਾਤਰ ਵੀ ਤੇਰੀ ਮਹਿਮਾ ਜਿਹੜਾ ਉਹ ਗਾਈ ਨਹੀਂ ਜਾ ਸਕਦੀ। ਤੂੰ ਐਡਾ ਵੱਡਾ ਹੈ। ਭਾਵ ਉਹ ਪਰਮੇਸ਼ਰ ਨਿਰੰਕਾਰ ਜਿਹੜਾ ਹੈ ਉਹ ਇੰਨਾ ਵੱਡਾ ਹੈ। ਵੱਡਾ ਗੁਰਬਾਣੀ ਅੰਦਰ ਬੇਅੰਤ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਆ ਨਾ। ਆਸਾ ਦੀ ਵਾਰ ਦੇ ਅੰਦਰ ਬਚਨ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ।
साई कार कमावनी तुर छोड़ी तिन्नी पाए, नानक की बारी और दूजी नाहीं जाए, सो करे जे तिसै रजाए, सो करे जे तिसै रजाए। ते पातशाह बचन करते ने, हर जेठ जड़न दा लोड़िए जे सगे सब नमन। गुरु अर्जन साहब महाराज किरपा करते ने, वो परमेश्वर काल पुरख वाहिगुरु सारिਆਂ नाल वड्डा है। ये प्राणी ਇਹ जीव उस दे नाल जुड़, जिस अगे सब नवन और ਜਿਹਦੇ अगे सारे नियमदे ने, भावें कोई राजा है, भावें कोई महाराजा है, भावें कोई देवई है, भावें कोई देवता है, भावें कोई भगती करने वाला है, भावें कोई साधु है, भावें कोई सिद्ध है, भावें कोई जति है, भावें कोई जोगी है। और गुरु अर्जन साहब महाराज किरपा करते ने, उस अगे सारे ही जिहड़ा भाव नियमदे ने। हर जेठ जड़न दा लोड़ी है, जिस अगे सब नवन, ਜਿਹਦੇ अगे सारे जिहड़ा अपना सीस झुकाउंदे ने। ते प्रतੱਖ ਨੂੰ गुरमुखो प्रमाण की ਤੇ ਅੱਜ ਆਪਾਂ ਸਾਹਮਣੇ ਸਾਖਸ਼ਾਤ ਦਰਸ਼ਨ ਕਰਦੇ ਆ ਨਾ। आज्ञा भई अकाल की तबे चलायो पंथ, सब सिखण को हुक्म है गुरु मान्यो ग्रंथ। गुरु ग्रंथ साहब महाराज अगे किहड़ा नहीं झुकदा, सब झुकदे ने। चारा वर्णां दे लोक, किसी भी जाति दा होवे, पातशाह दे बचन सभे सांझी वाल सदाइन, तो किसे ना दिसै बाहरा जियो। अज गुरु ग्रंथ साहब महाराज के चरनां विच सारे झुकदे ने। तो गुरु अर्जन साहब महाराज किरपा करते हैं, यह प्राणी वो निरंकार अकाल पुरख वाहिगुरू जिहड़ा सारे सुख दे रहा है, जिहड़ियां सब दातां जिहड़ा दे रहा है, उस अगे जिहड़ा झुकना कर, उहदे नाल जुड़ना कर। हर जेठ जड़न दा लोड़िए जिस अगे सब नवन, हर सज्जण दावण लग्या किसे ना देई बन। हर सज्जण दावण, दावण हुंदा पल्ला। कह लगे वो सज्जन जिहड़ा परमेश्वर है ना, सज्जन भी बाणी अंदर गुरमुखो जिहड़ा यार भी परमेश्वर नूं कहा बाणी च, बेली भी परमेश्वर नूं कहा बाणी च, सज्जन भी गुरबाणी च जिहड़ा कहा है अकाल पुरख वाहिगुरू। जिवें गुरु नानक साहब महाराज बचन करदे ना, सज्जन से नाल मैं चलदिया नाल चलन, जिथे लेखा मंगीए तिथे खड़े दसन। अज दे ना पावन बचनां अंदर पातशाह किरपा करदे ना, सज्जन दावण लग्या किसे ना देई बन। जिहड़ा वो निरंकार वाहिगुरू अकाल पुरख दे नाल जुड़ जाता है, गुरमुखो उहदे जीवन में कोई भी जिहड़ा बंदिश है, मुश्किल है, वो जीवन दे विच आउंदी नहीं। सारे सुख उस जीवन नूं जिहड़ा प्राप्त हो जाते हैं। हर सज्जण दावण लग्या किसे ना देई बन, मानक मोती नाम प्रभु न लगे ना ही सन। परमेश्वर काल पुरख वाहिगुरू का नाम जिहड़ा एक माणक है, एक मोती है, एक हीरा है। कह लगे जिन्हों कोई चुरा नहीं सकता। गुरमुखो कैश जिहड़ा माया दो तरह की है ना, एक हुंदा कैश, एक हुंदा ड्राफ्ट चैक। जो आप कैश करा लेने, अज आप पेपरों में पढ़ते हैं, टैलीविजन पर देखते हैं, मीडिया पर देखते हैं, कैश नूं मनुख दे कोलों कैश चोर जिहड़ा वो खो के लै जाते हैं। कैश नूं भाव खो सकता है, पर जिहड़ा ड्राफ्ट है या चैक है, गुरमुखो दी चोरी नहीं हो सकती। होवेगी पर उहदे ते रोक लग जाएगी। कैश चोरी हो जाता है, और ड्राफ्ट जां जिहड़ा चैक है उन्होंने कोई चोर भी जिहड़ा चुरा नहीं सकता। पातशाह किरपा करते हैं, माणक मोती लगे, माणक मोती नाम प्रभ उन्हें लगे ना ही सम। एक परमेश्वर का जिहड़ा नाम है वो एक इहो जिहा हीरा मोती है, उन्होंने कोई दुनिया का चोर जिहड़ा ना चुरा सकता है, ना कोई ठग जिहड़ा है उन्होंने ठग सकता है। इस तरह गुरमुखो जिहड़ा भाव दो ने। सेवा आ, अज आपां सेवा कीती है किसी दी, गवांढी की आपां हैल्प कीती है सेवा के रूप में, कल आपां नूं गवांढी अपनी सेवा करेगा। अज आपां कीती है, कल अपनी वो करेगा। पर जिहड़ा वाहिगुरू अकाल पुरख का नाम है, जिहड़ा सिमरन है, वो ऐसा हीरा है ड्राफ्ट की तरह। वो गुरमुखो तेरे कोल है, जिस मनुख दे कोल है
ਉਹ ਲੱਖਾਂ ਪ੍ਰਾਣੀਆਂ ਦਾ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰਦੇ ਨੇ, ਉਧਾਰ ਕਰ ਸਕਦਾ ਹੈ। ਰੰਗ ਸਭੇ ਨਾਰਾਇਣੇ ਜੇਤੇ ਮਨ ਭਵਨ, ਇਹ ਸਾਰੇ ਜਿਹੜਾ ਦਿੱਤੇ ਹੋਏ ਸੁੱਖ ਨੇ ਇਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨੇ। ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ, ਔਰ ਜਿਹੜੇ ਉਸ ਪਰਮੇਸ਼ਰ ਨੂੰ ਅਕਾਲ ਪੁਰਖ ਵਾਹਿਗੁਰੂ ਭਾ ਜਾਂਦੇ ਨੇ, ਫਿਰ ਉਹਨਾਂ ਦੇ ਕੋਲੋਂ ਉਹ ਜਿਹੜਾ ਕੰਮ ਕਾਰਜ ਵਾਹਿਗੁਰੂ ਅਕਾਲ ਪੁਰਖ ਆਪ ਹੀ ਕਰਾਉਂਦਾ ਹੈ। ਜੋ ਪ੍ਰਭ ਕੀਤੇ ਆਪਣੇ ਸੇ ਕਹੀਏ ਧੰਨ, ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ, ਆਪਣੇ ਪੱਲੇ ਦੇ ਨਾਲ, ਆਪਣੇ ਦਾਵਣ ਦੇ ਨਾਲ ਜੋੜ ਲੈਂਦਾ ਹੈ, ਸੋ ਹੀ ਕਹੀਏ ਧੰਨ। ਉਹ ਮਨੁੱਖ ਜਿਹੜਾ ਗੁਰਮੁਖੋ ਧੰਨਤਾ ਦੇ ਪਾਤਰ ਬਣ ਜਾਂਦੇ ਨੇ, ਧੰਨਤਾ ਦੇ ਪਾਤਰ। ਹਰ ਜੇਠ ਜੜੰਦਾ ਲੋੜੀਐ ਵੱਡਾ, ਅਤੇ ਵੱਡੇ ਬਾਰੇ ਜਦੋਂ ਕਿਤੇ ਭੱਟ ਸਾਹਿਬਾਨ ਗੁਰੂ ਰਾਮਦਾਸ ਮਹਾਰਾਜ ਦਾ ਜ਼ਿਕਰ ਕਰਦੇ ਨੇ ਨਾ, ਭੱਟ ਸਾਹਿਬਾਨ, ਉਹਨਾਂ ਦੇ ਬੜੇ ਪਿਆਰੇ ਬਚਨ ਇੱਕ ਸਵਈਆ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਦਾਸ। ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੁਪਾਵੈ, ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਜਨਕ ਦਾ ਭਾਵ ਹੁੰਦਾ ਹੈ ਵੱਡਾ, ਵੱਡਾ ਗਿਆਨਵਾਨ, ਹਰ ਜੇਠ ਜੜੰਦਾ ਲੋੜੀਏ, ਸਾਰਿਆਂ ਨੂੰ ਵੱਡਾ। ਔਰ ਭੱਟ ਸਾਹਿਬਾਨ ਬਚਨ ਕਰਦੇ ਨੇ, ਇਹ ਗੁਰਮੁਖੋ, ਇਹ ਦੁਨੀਆ ਦੇ ਲੋਕੋ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾਸਰ ਭਰਿਆ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਵੱਡਿਆਂ ਤੋਂ ਵੀ ਵੱਡੇ ਨੇ। ਇੱਕ ਉਹ ਸਮਾਂ ਸੀ, ਉਹ ਵੀ ਸਮਾਂ ਸੀ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੇਠੇ ਦੇ ਰੂਪ ਦੇ ਵਿੱਚ ਸਨ, ਤਾਂ ਇੱਕ ਸਮੇਂ ਲਾਹੌਰ ਦੀ ਧਰਤੀ ਤੋਂ ਆਪਣੇ ਘਰ ਨੂੰ ਯਤੀਮ ਹੋ ਕੇ ਆਪਣੇ ਘਰ ਤੋਂ ਬਾਹਰ ਨਿਕਲੇ, ਜਿੰਦਰਾ ਮਾਰ ਕੇ। ਔਰ ਸਮਾਂ ਆਇਆ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਸੇਵਾ ਕੀਤੀ। ਸੇਵਾ ਕਰਨ ਤੋਂ ਬਾਅਦ ਗੁਰਮੁਖੋ, ਕਿਵੇਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਪ੍ਰਾਪਤੀ ਹੋਈ, ਔਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਮਾਲਕ ਬਣੇ। ਅਤੇ ਅੱਜ ਉਹੀਓ ਗੁਰੂ ਰਾਮਦਾਸ ਮਹਾਰਾਜ ਨੇ ਭੱਟ ਸਾਹਿਬ ਬਚਨ ਕਰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਕਿ ਜੋ ਵੀ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰਮੁਖੋ ਉਹ ਕਦੀ ਖਾਲੀ ਨਹੀਂ ਜਾਂਦਾ। ਆਪਾਂ ਇਤਿਹਾਸ ਵਿੱਚੋਂ ਬਚਨ ਪੜ੍ਹਦੇ ਆ ਨਾ ਕਿ ਗੁਰੂ ਰਾਮਦਾਸ ਮਹਾਰਾਜ ਸਾਹਿਬ ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਜਿਹੜਾ ਉਹ ਸੇਵਾ ਕਰਵਾ ਰਹੇ ਨੇ, ਔਰ ਲੱਖਾਂ ਪ੍ਰਾਣੀਆਂ ਦਾ ਗੁਰੂ ਰਾਮਦਾਸ ਮਹਾਰਾਜ ਗੁਰਮੁਖੋ ਉਧਾਰ ਕਰ ਰਹੇ ਨੇ। ਅਤੇ ਇੱਕ ਸਾਖੀ ਆਉਂਦੀ ਆ ਸੂਰਜ ਪ੍ਰਕਾਸ਼ ਅੰਦਰ, ਉਹਨਾਂ ਦਾ ਨਾਮ ਬਾਬਾ ਆਦਮ ਜੀ ਕਰਕੇ, ਭਾਈ ਆਦਮ ਜੀ ਕਰਕੇ ਲਿਆ ਜਾਂਦਾ ਹੈ, ਜੋ ਇੱਕ ਸਮੇਂ ਇਸ ਮਾਲਵੇ ਦੀ ਧਰਤੀ ਤੋਂ ਬਠਿੰਡੇ ਦੇ ਲਾਗਿਓਂ ਜਿਹੜਾ ਹੈ, ਜਿਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੈ, ਪਰ ਉਹਨਾਂ ਦੇ ਘਰ ਵਿੱਚ ਕੋਈ ਸੰਤਾਨ ਨਹੀਂ। ਪਰ ਉਹਨਾਂ ਦਾ ਸੁਭਾਅ ਹੈ, ਜੋ ਉਹਨਾਂ ਦੇ ਗ੍ਰਹਿ ਵਿਖੇ ਅਤਿਥੀ ਆਉਂਦਾ ਹੈ, ਉਹ ਹਰ ਇੱਕ ਦੀ ਬੜੀ ਭਾਵਨਾ ਦੇ ਨਾਲ ਔਰ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ। ਪਰ ਇਹੋ ਜਿਹਾ ਕੋਈ ਸਬੱਬ ਬਣਿਆ, ਉਹਨਾਂ ਦੇ ਘਰ ਕੋਈ ਸੰਤਾਨ ਨਹੀਂ, ਔਰ ਕੋਈ ਗੁਰਸਿੱਖ ਉਹਨਾਂ ਦੇ ਘਰ ਆਇਆ, ਔਰ ਉਹਨੇ ਪੁੱਛਿਆ, ਔਰ ਉਹਨਾਂ ਦੇ ਅੱਖਾਂ ਦੇ ਵਿੱਚ ਜਿਹੜਾ ਵਰਾਗ ਦੇ ਹੰਝੂ ਨੇ ਹੱਥ ਜੋੜੇ ਨੇ, ਕਹਿਣ ਲੱਗੇ ਸਾਡਾ ਜਿਹੜਾ ਜੀਵਨ ਹੈ ਉਹ ਬਿਰਥਾ ਜਾ ਰਿਹਾ ਹੈ, ਉਮਰ ਬਹੁਤ ਜ਼ਿਆਦਾ ਹੋ ਗਈ, ਸਾਡੇ ਘਰ ਕੋਈ ਸੰਤਾਨ ਨਹੀਂ। ਗੁਰਮੁਖੋ ਸਿੱਖ ਜੁੜਿਆ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੇ ਨਾਲ, ਔਰ ਜਿਹੜਾ ਜੁੜਿਆ ਹੁੰਦਾ ਹੈ, ਜੇਠ ਜੜੰਦਾ ਲੋੜ ਗਿਆ, ਜਿਹੜਾ ਜੁੜਿਆ ਹੁੰਦਾ ਹੈ ਗੁਰਮੁਖੋ ਜੋੜ ਦਿੰਦਾ ਹੈ, ਔਰ ਜਿਹੜਾ ਟੁੱਟਿਆ ਹੁੰਦਾ ਹੈ ਉਹ ਤੋੜ ਦਿੰਦਾ ਹੈ। ਉਹ ਸਿੱਖ ਜੁੜਿਆ, ਔਰ ਉਸ ਨੇ ਬਾਬੇ ਆਦਮ ਨੂੰ ਗੁਰੂ ਰਾਮਦਾਸ ਮਹਾਰਾਜ ਬਾਰੇ ਦੱਸਿਆ ਵੀ ਜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੋ ਤਦ ਤੀਜੇ ਗੁਰੂ ਚੌਥੇ ਗੁਰੂ ਨਾਨਕ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਚੱਕ ਰਾਮਦਾਸਪੁਰੇ ਬਿਰਾਜਮਾਨ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਜਾ, ਔਰ ਉਹਨਾਂ ਦੀ ਚਰਨ ਸ਼ਰਨ ਵਿੱਚੋਂ ਕੋਈ ਖਾਲੀ ਨਹੀਂ ਮੁੜਦਾ।
ਤੇ ਬਾਬਾ ਆਦਮ ਅੱਜ ਆਪਣੇ ਘਰ ਨੂੰ ਗੁਰਮੁਖੋ ਜਿਹੜਾ ਕਿਸੇ ਟਾਈਮ ਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਲਾਹੌਰ ਛੱਡਿਆ, ਆਪਣੇ ਘਰ ਨੂੰ ਜਿਹੜਾ ਜਿੰਦਰੇ ਲਾਏ। ਅੱਜ ਇਹ ਦੋਵੇਂ ਪਤੀ ਤੇ ਪਤਨੀ ਨੇ ਬਾਬਾ ਆਦਮ ਔਰ ਆਪਣੇ ਘਰ ਦੇ ਬੂਹੇ ਮਾਰ ਕੇ ਔਰ ਦਰਵਾਜ਼ੇ ਬੰਦ ਕਰਕੇ ਔਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਚੱਕ ਰਾਮਦਾਸਪੁਰੇ ਦੀ ਧਰਤੀ ਨੂੰ ਜਾਣਾ ਕਰਦੇ ਨੇ, ਪਹੁੰਚ ਜਾਂਦੇ ਨੇ ਗੁਰੂ ਰਾਮਦਾਸ ਦੀ ਧਰਤੀ 'ਤੇ ਔਰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੂੰ ਮੱਥਾ ਟੇਕਦੇ ਨੇ, ਦਰਸ਼ਨ ਕਰਦੇ ਨੇ। ਔਰ ਸਮਾਂ ਆਪਣੇ ਕੋਲ ਘੱਟ ਹੈ, ਇਸ ਕਰਕੇ ਆਪਾਂ ਜਿਹੜਾ ਸੀਮਤ ਵਿਚਾਰਾ ਕਰਾਂਗੇ। ਪਹੁੰਚ ਜਾਂਦੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਔਰ ਆਪਣੇ ਫਿਰ ਝੋਲੀ ਦੇ ਵਿੱਚ ਸੇਵਾ ਪਵਾਉਣੀ ਕਰਦੇ ਨੇ। ਪਾਤਸ਼ਾਹ ਨੇ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਵੀ ਸੇਵਾ ਕਰੋ। ਤੇ ਪਰ ਸਿੱਖਿਆ ਦੇ ਕੋਲੋਂ ਪੁੱਛਿਆ ਭਾਈ ਆਦਮ ਨੇ ਵੀ ਗੁਰੂ ਰਾਮਦਾਸ ਮਹਾਰਾਜ ਕਿਹੜੀ ਸੇਵਾ 'ਤੇ ਰੀਝਦੇ ਆ, ਵੀ ਕਿਹੜੀ ਸੇਵਾ 'ਤੇ ਜ਼ਿਆਦਾ ਗੁਰੂ ਰਾਮਦਾਸ ਮਹਾਰਾਜ ਖੁਸ਼ ਹੁੰਦੇ ਨੇ। ਔਰ ਸਿੱਖਾਂ ਨੇ ਕਿਹਾ ਵੀ ਗੁਰੂ ਰਾਮਦਾਸ ਮਹਾਰਾਜ ਸਾਰਿਆਂ ਨਾਲੋਂ ਵੱਡੀ ਸੇਵਾ ਹੈ ਵੀ ਸਿਮਰਨ। ਕਹਿਣ ਲੱਗੇ ਹੋਰ ਵੀ ਕੋਈ ਚੀਜ਼ 'ਤੇ ਰੀਝਦੇ ਨੇ, ਕਹਿਣ ਲੱਗੇ ਨਾਲ ਹੈ ਸੇਵਾ। ਔਰ ਸਿਮਰਨ ਅਤੇ ਸੇਵਾ ਦੇ ਉੱਤੇ ਗੁਰੂ ਰਾਮਦਾਸ ਮਹਾਰਾਜ ਬਹੁਤ ਜ਼ਿਆਦਾ ਪ੍ਰਸੰਨ ਔਰ ਖੁਸ਼ ਹੋਣਾ ਕਰਦੇ ਨੇ। ਕਹਿਣ ਲੱਗੇ ਵੀ ਸਾਰਿਆਂ ਨਾਲੋਂ ਜ਼ਿਆਦਾ ਕਿਹੜੀ ਸੇਵਾ 'ਤੇ ਖੁਸ਼ ਹੁੰਦੇ ਨੇ, ਵੀ ਉਹ ਸਿੱਖ ਕਹਿਣਾ ਕਰਦਾ, ਕਹਿਣ ਲੱਗੇ ਵੀ ਇਸ ਟਾਈਮ 'ਤੇ ਜਿਹੜਾ ਹੈ ਲੰਗਰ ਪੱਕਦਾ ਹੈ, ਸੰਗਤਾਂ ਬਹੁਤ ਜ਼ਿਆਦਾ ਆਉਂਦੀਆਂ ਨੇ, ਬਾਲਣ ਦੀ ਘਾਟ ਹੈ ਔਰ ਜਿਹੜਾ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਹੈ ਨਾ, ਔਰ ਉਸ ਸੇਵਾ 'ਤੇ ਗੁਰੂ ਰਾਮਦਾਸ ਮਹਾਰਾਜ ਬਹੁਤ ਜ਼ਿਆਦਾ ਤਰੁੱਠਦੇ ਨੇ, ਖੁਸ਼ ਹੋਣਾ ਕਰਦੇ ਨੇ। ਅਤੇ ਭਾਈ ਆਦਮ ਨੇ ਉਸ ਸਿੱਖ ਦਾ ਬਚਨ ਪੱਲੇ ਬੰਨ੍ਹਿਆ। ਇਤਿਹਾਸ ਦੇ ਵਿੱਚ ਬਚਨਿਆ ਵੀ 2 ਭਾਰ ਰੋਜ਼ ਜੰਗਲ ਵਿੱਚੋਂ ਲੱਕੜਾਂ ਦੇ ਕੱਟ ਕੇ ਬਾਬਾ ਆਦਮ ਨੇ ਲੈ ਕੇ ਆਉਣੇ ਔਰ 1 ਭਾਰ ਜਿਹੜਾ ਉਹਨਾਂ ਨੇ ਰੱਖ ਲੈਣਾ ਔਰ 1 ਜਿਹੜਾ ਉਹਨਾਂ ਨੇ ਲੰਗਰ ਦੇ ਵਿੱਚ ਪਾ ਦੇਣਾ ਔਰ 1 ਦੇ ਵਿੱਚੋਂ ਕੁਝ ਜਿਹੜਾ ਉਹਨਾਂ ਲੱਕੜਾਂ ਨੂੰ ਜਿਹੜਾ ਬਾਜ਼ਾਰ ਵਿੱਚ ਵੇਚਣਾ ਅਤੇ ਉਸ ਪੈਸੇ ਦੇ ਨਾਲ ਆਪਣਾ ਜਿਹੜਾ ਪ੍ਰਸ਼ਾਦਾ ਜਾਂ ਉਹਨਾਂ ਨੇ ਸੰਗਤ ਵਿੱਚ ਰਹਿ ਕੇ ਜਿਹੜਾ ਨਿਰਵਾਹ ਕਰਨਾ। ਸੰਕੋਚ ਕੀਤਾ ਵੀ ਘੱਟੋ ਘੱਟ ਜਿਹੜਾ ਆ ਉਹ ਗੁਰੂ ਘਰੋਂ ਜਿਹੜਾ ਨਾ ਹੀ ਖਾਧਾ ਜਾਵੇ, ਆਪਣੀ ਜੋ ਕਿਰਤ ਕਮਾਈ ਦੇ ਵਿੱਚੋਂ ਜੋ ਆ ਉਹਦੇ ਨਾਲ ਹੀ ਜਿਹੜਾ ਉਹ ਛਕਿਆ ਜਾਵੇ। ਮਨ ਦੇ ਵਿੱਚ ਇੰਨਾ ਜਿਹੜਾ ਉਹਨਾਂ ਦੇ ਸੰਜਮ, ਅਤੇ ਉਹਨਾਂ ਨੇ ਰੋਜ਼ਾਨਾ ਦਾ ਇਹ ਜਿਹੜਾ ਸੇਵਾ ਕਰਨੀ। 2 ਭਾਰ ਜੰਗਲ ਵਿੱਚੋਂ ਲੱਕੜੀਆਂ ਦੇ ਕੱਟ ਕੇ ਲੈ ਕੇ ਆਉਣੇ, 1 ਭਾਰ ਰੱਖ ਲੈਣਾ, 1 ਭਾਰ ਉਹਨਾਂ ਨੇ ਲੰਗਰ ਦੇ ਵਿੱਚ ਜਿਹੜਾ ਆ ਉਹ ਛੱਡ ਆਉਣਾ। ਗੁਰਮੁਖੋ ਸਮਾਂ ਆਪਣੀ ਚਾਲੇ ਚੱਲਦਾ ਰਿਹਾ ਅਤੇ ਇਤਿਹਾਸ ਦੇ ਵਿੱਚ ਬਚਨ ਆਉਂਦੇ ਨੇ ਵੀ ਅੱਜ ਜਿਵੇਂ ਗਰੀਖਮ ਦੀ ਰੁੱਤ ਹੈ, ਇਹ ਜੇਠ ਤਿਹਾੜ ਵਾਲੀ, ਔਰ ਫਿਰ ਸਾਰਿਆਂ ਨੂੰ ਠੰਡੀ ਜਿਹੜਾ ਆ ਉਹ ਸਰਦ ਰੁੱਤ ਮੰਨਿਆ ਗਿਆ ਹੈ। ਮਾਘ ਅਤੇ ਜਿਹੜਾ ਫੱਗਣ ਵਾਲੀ ਰੁੱਤ, ਸ਼ੀਤਲ ਜਿਹੜਾ ਠੰਡੀ ਰੁੱਤ, ਉਸ ਰੁੱਤ ਦੇ ਵਿੱਚ ਫਿਰ ਇੱਕ ਦਿਨ ਬਾਰਿਸ਼ ਬਹੁਤ ਜ਼ਿਆਦਾ ਹੋਈ, ਠੰਡ ਬਹੁਤ ਜ਼ਿਆਦਾ ਹੈ ਔਰ ਬਾਰਿਸ਼ ਬਹੁਤ ਜ਼ਿਆਦਾ ਹੈ। ਅਤੇ ਜੋ ਸੰਗਤਾਂ ਦੂਰੋਂ ਦੂਰੋਂ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ, ਗੁਰਮੁਖੋ ਅੱਜ ਵਰਗਾ ਤਾਂ ਉਦੋਂ ਪ੍ਰਬੰਧ ਨਹੀਂ ਸੀ। ਉਦੋਂ ਕੁਝ ਮੰਨ ਲਓ ਰਹਿਣ ਸਹਿਣ ਦੀ ਘਾਟ, ਗੁਰੂ ਰਾਮਦਾਸ ਮਹਾਰਾਜ ਸਭ ਕੁਝ ਜਿਹੜਾ ਉਸ ਟਾਈਮ 'ਤੇ ਉਹ ਬਣਵਾ ਰਹੇ ਸਨ। ਜਿਵੇਂ ਅੱਜ ਦੇ ਰੂਪ ਆਪਾਂ ਅੱਜ ਦੇ ਰੂਪ ਦੇ ਜੇ ਆਪਾਂ ਕਹਾਂਗੇ ਕਮਰੇ, ਉਦੋਂ ਹੁੰਦੇ ਸਨ ਛੱਪਰ। ਅੱਜ ਤੇ ਜਿਹੜਾ ਬਣ ਗਏ ਕਮਰੇ, ਉਦੋਂ ਛੱਪਰ ਸਨ। ਔਰ ਗੁਰੂ ਰਾਮਦਾਸ ਸੰਗਤਾਂ ਦੇ ਰਹਿਣ ਵਾਸਤੇ ਜਿਹੜਾ ਛੱਪਰਿਆ ਜਾਂ ਵਸੇਬਾ ਕਰਵਾ ਰਹੇ ਨੇ, ਪਰ ਠੰਡ ਬਹੁਤ ਜ਼ਿਆਦਾ ਹੈ। ਅਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਅੱਜ ਜਿਹੜਾ ਸਿੱਖ ਸੰਗਤਾਂ ਦੀ ਠੰਡ ਨੂੰ ਦੂਰ ਕਰੇਗਾ, ਜੋ ਗੁਰੂ ਨਾਨਕ ਸਾਹਿਬ ਦੇ ਘਰੋਂ ਮੰਗੇਗਾ ਉਹਨੂੰ ਉਹੀਓ ਮਿਲੇਗਾ। ਇਹ ਬਚਨ ਭਾਈ ਆਦਮ ਨੇ ਜਿਹੜਾ ਗੁਰੂ ਰਾਮਦਾਸ ਮਹਾਰਾਜ ਦੇ ਸਰਵਣ ਕੀਤੇ। ਵੀ ਅੱਜ ਗੁਰੂ ਰਾਮਦਾਸ ਮਹਾਰਾਜ ਨੇ ਇੱਕ ਜਿਹੜਾ ਅਨੋਖਾ ਹੀ ਬਚਨ ਕੀਤਾ, ਜਿਨ੍ਹਾਂ ਨੂੰ ਭੱਟ ਸਾਹਿਬਾਨ ਕਹਿੰਦੇ ਨੇ ਨਾ ਵੀ ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਪਰਾ ਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇਸ ਪਾਵੈ, ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੈ। ਜੀ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਨੂੰ ਕੌਣ ਸਮਝ ਸਕਦਾ ਹੈ। ਭਾਈ ਆਦਮ ਨੇ
ਗੁਰੂ ਰਾਮਦਾਸ ਮਹਾਰਾਜ ਦੇ ਬਚਨ ਜਿਹੜਾ ਉਹਦੇ ਕੰਨਾਂ ਦੇ ਵਿੱਚ ਜਿਹੜਾ ਗੂੰਜ ਰਹੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਦਾ ਬਚਨ ਆ। ਫਿਰ ਗੁਰਮੁਖੋ ਜਿਹੜੀਆਂ ਲੱਕੜਾਂ ਉਹਨੇ ਇਕੱਠੀਆਂ ਕੀਤੀਆਂ ਸਨ, ਇੱਕ ਭਾਰ ਲੰਗਰ ਵਿੱਚ ਦੇਣਾ ਔਰ ਇੱਕ ਭਾਰ ਰੱਖ ਲੈਣਾ, ਅਤੇ ਉਸ ਭਾਰ ਦੇ ਵਿੱਚੋਂ ਜਿਹੜਾ ਲੱਕੜਾਂ ਇਕੱਠੀਆਂ ਕੀਤੀਆਂ ਸਨ, ਇਤਿਹਾਸ ਦੇ ਵਿੱਚ ਬਚਨ ਆ ਕਿ ਜੋ ਪਾਤਸ਼ਾਹ ਕਾਰ ਸੇਵਾ ਕਰਾਉਂਦੇ ਸਨ, ਜਿੱਥੇ ਜਿੱਥੇ ਉਹ ਛੱਪਰ ਸਨ ਉਹਨਾਂ ਦੇ ਵਾਰ-ਵਾਰ ਅੰਗੀਠੀਆਂ ਬਾਲ ਦਿੱਤੀਆਂ ਭਾਈ ਆਦਮ ਨੇ। ਉਸ ਟਾਈਮ 'ਤੇ ਜਿੰਨਾ ਕੁ ਜਿਹੜਾ ਸ਼ਹਿਰ ਦੇ ਵਿੱਚ ਵਸੇਬਾ ਸੀ, ਸਾਰੇ ਕਹਿਣ ਲੱਗੇ ਉਸ ਕਸਬੇ ਦੇ ਵਿੱਚ ਭਾਈ ਆਦਮ ਨੇ ਅੰਗੀਠੀਆਂ ਬਾਲ ਦਿੱਤੀਆਂ ਥੋੜ੍ਹੇ ਥੋੜ੍ਹੀ ਜਗ੍ਹਾ ਦੇ ਉੱਤੇ। ਔਰ ਫਿਰ ਜਿਨ੍ਹਾਂ ਨੂੰ ਠੰਡ ਲੱਗਦੀ ਸੀ, ਫਿਰ ਉਹਨਾਂ ਨੇ ਅੰਗੀਠੀਆਂ ਦੇ ਉੱਤੇ ਆਪਣਾ ਜਿਹੜਾ ਉਹ ਠੰਡ ਆ ਉਹ ਦੂਰ ਕੀਤੀ, ਅੱਗ ਦੇ ਕੋਲ ਬੈਠੇ। ਗੁਰਮੁਖੋ ਗੁਰੂ ਨੇ ਦੇਣ ਦਾ ਕੋਈ ਕਾਰਨ ਬਣ ਜਾਂਦਾ ਹੈ, ਕੋਈ ਬਹਾਨਾ ਬਣ ਜਾਂਦਾ। ਪਤਾ ਨਹੀਂ ਗੁਰੂ ਨੇ ਕਿਹੜੀ ਸੇਵਾ 'ਤੇ ਜਿਹੜਾ ਤਰੁੱਠ ਪੈਣਾ ਹੈ। ਕਈ ਵਾਰੀ ਆਪਣੇ ਮਨ ਦੇ ਵਿੱਚ ਹੁੰਦਾ ਵੀ ਸ਼ਾਇਦ ਮਾਇਆ 'ਤੇ ਨਹੀਂ। ਕੰਚਨ ਸੋ ਪਾਈਏ ਨੀ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਸੋਨੇ ਨਾਲ ਨਹੀਂ, ਇਹ ਮਾਇਆ ਨਾਲ ਨਹੀਂ, ਇਹ ਹੀਰੇ ਜਵਾਹਰਾਤ ਨਹੀਂ। ਤੇ ਗੁਰੂ ਜਿਹੜਾ ਗੁਰਮੁਖੋ ਸੇਵਾ 'ਤੇ ਤਰੁੱਠਦਾ ਹੈ। ਤੇ ਜਦੋਂ ਦਿਨ ਚੜ੍ਹਿਆ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਹਿਣ ਲੱਗੇ ਵੀ ਜਿਹਨੇ ਰਾਤ ਅੰਗੀਠੀਆਂ ਬਾਲੀਆਂ ਸਨ, ਵੀ ਉਹ ਸਿੱਖ ਨੂੰ ਸਾਡੇ ਕੋਲ ਲੈ ਕੇ ਆਓ, ਵੀ ਉਹ ਸਿੱਖ ਕਿਹੜਾ ਹੈ। ਤੇ ਸਿੱਖਾਂ ਨੇ ਬੇਨਤੀ ਕੀਤੀ, ਜੋ ਜਿਹੜਾ ਮਾਲਵੇ ਦੀ ਧਰਤੀ ਤੋਂ ਆਇਆ ਨਾ ਬਾਬਾ ਆਦਮ, ਬਾਬਾ ਜੀ ਸਤਿਕਾਰ ਨਾਲ ਕਹਿਣ ਲੱਗ ਪਏ। ਜਦੋਂ ਸੇਵਾ ਕਰਨ ਲੱਗ ਪਏ ਨਾ, ਕੋਈ ਨੌਜਵਾਨ ਵੀ ਕਰੇ ਫਿਰ ਉਹਨੂੰ ਸਾਰੇ ਬਾਬਾ ਹੀ ਕਹਿੰਦੇ ਆ। ਤੇ ਸਿੱਖਾਂ ਨੇ ਕਿਹਾ ਜੀ ਬਾਬਾ ਆਦਮ ਜਿਹੜੇ ਆ ਨਾ, ਜੇ ਉਹ ਮਾਲਵੇ ਤੋਂ ਆਏ ਨੇ, ਇਹ ਸੇਵਾ ਸਾਰੀ ਉਹਨਾਂ ਨੇ ਕੀਤੀ, ਅੰਗੀਠੀਆਂ ਬਾਲੀਆਂ ਨੇ। ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਲੈ ਕੇ ਆਓ। ਗਲ ਵਿੱਚ ਪਾਇਆ ਪਰਨਾ। ਭਾਈ ਆਦਮ ਜਿਹੜੇ ਬਾਬਾ ਆਦਮ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਤੇ ਆਣ ਕੇ ਨਮਸਕਾਰ ਕਰਨਾ ਕਰਦੇ ਨੇ। ਗੁਰੂ ਰਾਮਦਾਸ ਮਹਾਰਾਜ ਮੁਸਕਰਾਏ ਨੇ, ਕਹਿਣ ਲੱਗੇ ਸਿੱਖਾ, ਇਹ ਬਚਨ ਸੀ, ਜੋ ਤੂੰ ਬਚਨ ਨੂੰ ਮੰਨਿਆ ਹੈ ਤੇ ਮੰਗ। ਅੱਜ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰੋਂ ਜੋ ਕੁਝ ਮੰਗੇਗਾ ਸੋ ਤੈਨੂੰ ਪ੍ਰਾਪਤ ਹੋਵੇਗਾ। ਤੇ ਬਾਬਾ ਆਦਮ ਦਾ ਨਿਸ਼ਾਨਾ ਉੱਥੇ ਹੀ ਜਾਂਦਾ। ਇੱਕ ਪਾਸੇ ਆਪਣੀ ਚਿੱਟੀ ਦਾੜੀ ਔਰ ਆਪਣੀਆਂ ਅੱਖਾਂ ਵੱਲ ਵੇਖਦਾ ਹੈ, ਆਪਣੇ ਮੂੰਹ ਵੱਲ ਦੇਖਦਾ ਹੈ ਵੀ ਸਰੀਰ ਵੀ ਕਮਜ਼ੋਰ ਹੋ ਚੁੱਕਾ ਹੈ, ਉਮਰ ਵੀ ਬਹੁਤ ਜ਼ਿਆਦਾ ਹੈ, ਕੇਸ ਚਿੱਟੇ ਹੋ ਗਏ ਨੇ, ਪਰ ਅੰਦਰ ਚਾਹਤ ਹੈ ਗੁਰਮੁਖੋ ਪੁੱਤਰ ਦੀ। ਜਿਵੇਂ ਆਪਾਂ ਬਚਨ ਪੜ੍ਹਦੇ ਆ ਨਾ ਵੀ ਦੌਲਤ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ। ਬਾਣੀ ਅੰਦਰ ਵੀ ਬਚਨਾਂ ਦਾ ਹੈ, ਪੁੱਤੀ ਗੰਢ ਪਵੇ ਸੰਸਾਰ। ਇੱਕ ਪਾਸੇ ਆਪਦੇ ਚਿੱਟੇ ਦਾੜੇ ਨੂੰ ਵੇਖਦਾ ਹੈ ਔਰ ਦੂਜੇ ਪਾਸੇ ਮਨ ਵਿੱਚ ਲਾਲਸਾ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੇ ਕਿਰਪਾ ਕਰ ਦੇਣ ਤੇ ਪੁੱਤੀ ਗੰਢ ਪਵੇ ਸੰਸਾਰ, ਇੱਕ ਪੁੱਤਰ ਦੀ ਬਖਸ਼ਿਸ਼ ਕਰ ਦੇਣ। ਪਰ ਆਪਣੇ ਚਿੱਟੇ ਦਾੜੇ ਵੱਲ ਦੇਖ ਕੇ, ਆਪਣੇ ਬਜ਼ੁਰਗੀ ਵੱਲ ਵੇਖ ਕੇ, ਪਰ ਇਹ ਜ਼ਬਾਨ ਕਹਿਣਾ ਨਹੀਂ ਚਾਹੁੰਦੀ, ਜ਼ਬਾਨ ਤੋਂ ਨਹੀਂ ਨਿਕਲ ਰਿਹਾ। ਤੇ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣ ਨੇ। ਪਾਤਸ਼ਾਹ ਕਹਿਣ ਲੱਗੇ ਜੀ ਅੱਜ ਨਹੀਂ, ਤੇ ਕਹਿਣ ਲੱਗੇ ਕੱਲ੍ਹ ਨੂੰ ਸਲਾਹ ਕਰਕੇ ਆ ਜਾਈਂ, ਕੋਈ ਗੱਲ ਨਹੀਂ, ਇੱਕ ਦਿਨ ਤੈਨੂੰ ਹੋਰ ਦੇ ਦਿੰਦੇ ਆ, ਫਿਰ ਘਰੋਂ ਸਲਾਹ ਕਰਕੇ ਆ ਜਾਵੀਂ। ਫਿਰ ਜਿੱਥੇ ਭਾਈ ਆਦਮ ਰਹਿੰਦੇ ਨੇ ਉਸ ਜਗ੍ਹਾ 'ਤੇ ਆਉਣਾ ਕਰਦਾ ਹੈ, ਆ ਕੇ ਆਪਣੀ ਧਰਮ ਪਤਨੀ ਦੇ ਨਾਲ ਜਿਹੜਾ ਬਚਨ ਕਰਦਾ ਵੀ ਅੱਜ ਪਾਤਸ਼ਾਹ ਬਹੁਤ ਜ਼ਿਆਦਾ ਗੁਰੂ ਰਾਮਦਾਸ ਮਹਾਰਾਜ ਸੇਵਾ 'ਤੇ ਤਰੁੱਠੇ ਨੇ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਭੰਦੇ। ਅੱਜ ਗੁਰੂ ਰਾਮਦਾਸ ਮਹਾਰਾਜ ਭਾਗਾਂ ਵਾਲੀਏ ਤਰੁੱਠੇ ਸਨ, ਪਰ ਕਹਿਣ ਲੱਗੇ ਮੇਰੀ ਜ਼ਬਾਨ ਕੁਝ ਕਹਿ ਨਹੀਂ ਸਕੀ। ਤੇ ਫਿਰ ਪਤਨੀ ਅੱਗੋਂ ਭਾਗਵੰਤੀ ਕਹਿਣ ਲੱਗੇ ਤੂੰ ਕਹਿਣਾ ਸੀ ਵੀ ਆਪ ਜੀ ਕਿਰਪਾ ਕਰੋ, ਜੇ ਤਰੁੱਠੇ ਜੇ ਤੇ ਪੁੱਤਰ ਦੀ ਦਾਤ ਬਖਸ਼ੋ। ਕਹਿਣ ਲੱਗੇ ਮੇਰੀ ਜ਼ਬਾਨ ਕਹਿ ਨਹੀਂ ਸਕੀ, ਮੇਰੇ ਮਨ ਵਿੱਚ ਲਾਲਸਾ ਸੀ। ਤੇ ਕਹਿਣ ਲੱਗੇ ਇਹ ਤਾਂ ਸਮਾਂ ਮਿਲਿਆ ਸੀ। ਪਾਤਸ਼ਾਹ ਨੇ ਪੁੱਛਿਆ ਇਹ ਸੇਵਾ ਨਾਲ ਸਮਾਂ ਬਣਿਆ, ਹੁਣ ਸਮਾਂ ਖਰੇ ਕਦੋਂ ਬਣੇਗਾ? ਤੇ ਬਾਬਾ ਆਦਮ ਜੀ ਕਹਿਣ ਲੱਗੇ ਨਹੀਂ ਭਾਗਾਂ ਵਾਲੀਏ, ਗੁਰੂ ਰਾਮਦਾਸ ਮਹਾਰਾਜ ਨੇ ਇੱਕ ਦਿਨ ਦਿੱਤਾ ਆ ਵੀ ਜਾ ਸੋਚ ਕੇ ਘਰੋਂ ਆ ਜੀ। ਭਾਗਾਂ ਵਾਲੀ ਉਹਦੇ ਘਰ ਵਾਲੀ ਧਰਮ ਪਤਨੀ ਬਹੁਤ ਜ਼ਿਆਦਾ ਪ੍ਰਸੰਨ ਖੁਸ਼ ਹੋਈ। ਗੁਰਮੁਖੋ ਦੋਨੇ ਜਾਣੇ ਤਿਆਰ ਹੋ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਨੇ ਕਿ ਪਾਤਸ਼ਾਹ ਪੁੱਛਣਗੇ ਅੱਜ, ਤੇ ਅੱਜ ਪੁੱਤਰ ਦੀ ਦਾਤ ਮੰਗ ਲਵਾਂਗੇ। ਆਣ ਕੇ ਮੱਥਾ ਟੇਕਿਆ ਬਾਬੇ ਆਦਮ ਨੇ ਤੇ ਧਰਮ ਸੁਪਤਨੀ ਨੇ।
तो गुरु रामदास महाराज मुस्कुराए, कहन लगे आगे भाई आदम मंगो जो कुछ मंगोगे गुरु नानक साहब महाराज के घरों मिलेगा। कहन लगे जी कृपा करो, जे त्रुठे जे दौलत गुजरान है, पुत्र निशान है जग दे उत्ते, जे कृपा करो तो एक पुत्र की दात बख्श देवो। तो गुरमुखो इतिहास दे विच बचन आ, गुरु रामदास महाराज कहन लगे भाई आदम तेरे घर दे विच जिहड़ा आ वो पुत्र है नहीं, पर कहन लगे पातशाह कृपा करो तुहाडा बचन आ, पर कहन लगे साडे 3 पुत्र ने और साडे घर विच 4 पुत्र होने सन, जिहड़ा चौथा पुत्र आ वो असीं तैनूं देने, उहदा नां रखना ही भगतू। फिर गुरमुखो समा पा के बाबे आदम दे घर फिर जिहड़ा पुत्र पैदा होया वो भगती तो पैदा होया, वो सिमरन तो पैदा होया, वो नाम तो पैदा होया, वो जप तो पैदा होया, वो तप तो पैदा होया, वो सिमरन तो पैदा होया और वो गुरु के बचनों तो पैदा होया, जिन्हां बारे आपां बचन सरवण करते हैं। जन कसोए जन जाणिया उन मन रथ धरिया, वो गुरु रामदास महाराज के बचनों नाल पैदा होया। फिर उसका नाम जिहड़ा इतिहास दे विच बचन आउंदे ने कि भाई भगतू रखा गया। अज दीयां विचारां आपां इत्थे संकोचदे हां। वाहिगुरू जी का खालसा, वाहिगुरू जी की फतेह।